ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਚੋਣਾਂ। ਸਿਆਸੀ ਪਾਰਟੀਆਂ 'ਚ ਹਲਚਲ ਹੋਈ ਤੇਜ਼। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਉਸ ਦੇ ਨਾਲ ਹੀ ਸਾਰੀ ਸਿਆਸੀ ਪਾਰਟੀਆਂ ਵੱਲੋਂ ਆਪਣੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਪਰ ਇਸ ਦੇ ਨਾਲ ਹੀ ਸੰਯੁਕਤ ਸਮਾਜ ਮੋਰਚੇ ਦੇ ਪੰਜਾਬ ਦੇ ਵਿੱਚ ਚੋਣ ਮੈਦਾਨ 'ਚ ਸਾਹਮਣੇ ਆਉਣ ਤੋਂ ਬਾਅਦ ਸਾਰੀ ਸਿਆਸੀ ਪਾਰਟੀਆਂ 'ਚ ਇੱਕ ਹਲਚਲ ਮਚ ਚੁੱਕੀ ਹੈ। ਉਹ ਤਰ੍ਹਾਂ ਤਰ੍ਹਾਂ ਦੀ ਚਰਚਾਵਾਂ ਕਰ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਸੰਯੁਕਤ ਸਮਾਜ ਮੋਰਚੇ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ ਜਾਂ ਇਹਦੀ ਭੂਮਿਕਾ ਕਿਹੋ ਜਿਹੀ ਰਹੇਗੀ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਸਿਆਸਤ ਦੇ ਨਾਮ 'ਤੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਸਿਆਸੀ ਮਿਜਾਜ ਕਿ ਪੰਜਾਬ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ ਸਾਰੇ ਪੱਖਾਂ ਤੋਂ ਜੀ। ਵਾਤਾਵਰਨ ਦੇ ਪੱਖ ਤੋਂ, ਰੁਜ਼ਗਾਰ ਦੇ ਪੱਖ ਤੋਂ, ਸਿੱਖਿਆ, ਸਿਹਤ, ਜਿੰਨੇ ਵੀ ਬੜੇ ਵੱਡੇ ਮੁੱਦੇ ਨੇ। ਖੇਤੀਬਾੜੀ ਬਹੁਤ ਮੇਜਰ ਇੱਕ ਚੀਜ਼ ਹੈ ਜਿਹਦੇ 'ਚ ਬੜਾ ਵੱਡਾ ਸੰਕਟ ਦਿਖਾਈ ਦੇ ਰਿਹਾ ਹੈ ਅਤੇ ਉਹਦਾ ਕੋਈ ਅਲਟਰਨੇਟਿਵ ਜਾਂ ਕੋਈ ਦਿਖਾਈ ਨਹੀਂ ਦਿੱਤਾ ਜੀ। ਔਰ ਇਹ ਕਿਸਾਨ ਅੰਦੋਲਨ ਸਵਾ ਸਾਲ ਚੱਲਿਆ ਅਤੇ ਸਵਾ ਸਾਲ ਤੋਂ ਲੋਕਾਂ ਦੇ ਵਿੱਚ ਇੱਕ ਐਂ ਵੀ ਆਇਆ ਕਿ ਕੋਈ ਬਦਲ ਹੋਣਾ ਚਾਹੀਦਾ। ਬਦਲ ਪਹਿਲਾਂ ਵੀ ਪੰਜਾਬ ਦੇ ਵਿੱਚ ਲੋਕ ਤਲਾਸ਼ ਰਹੇ ਨੇ। ਬਦਲ ਤਲਾਸ਼ਿਆ ਮਨਪ੍ਰੀਤ ਬਾਦਲ ਨੇ ਜਦੋਂ PPI ਬਣਾਈ ਸੀ। PP ਔਰ ਉਹ PP ਤੋਂ ਵੀ ਪਰ ਵਿੱਚ ਹੀ ਲੋਕਾਂ ਨੂੰ ਲੱਗਿਆ ਕਿ ਨਹੀਂ ਇਹ ਕਿਤੇ ਲਿਜਾ ਨਹੀਂ ਸਕੇਗੀ, ਸ਼ਾਇਦ ਉਨੀ ਵੋਟ ਨਹੀਂ ਮਿਲੀ, ਪਰ ਉਹਦੇ ਪੱਖ 'ਚ ਵੀ ਲੋਕ ਆਏ ਸੀ, ਨੌਜਵਾਨ ਵੀ ਆਏ। ਫਿਰ ਆਮ ਆਦਮੀ ਪਾਰਟੀ ਨੂੰ 2014 'ਚ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਬਾਅਦ ਜਿਹੜੀ ਆਈ ਸੀ, ਹਾਲਾਂਕਿ ਉਦੋਂ ਵੀ ਕੋਈ ਇੱਥੇ ਬਹੁਤਾ ਨਹੀਂ ਸੀ, ਫੜ ਕੈਂਡੀਡੇਟ ਖੜ੍ਹੇ ਕੀਤੇ, ਪਰ 4 MP ਜਿੱਤੇ, ਕਿੰਨੇ ਹੀ ਉਹਨਾਂ ਦੇ ਸਫਲ ਵੀ ਹੋ ਗਏ। ਔਰ ਹੌਲੀ ਹੌਲੀ ਚੱਲਦੇ ਹਾਲਾਤ ਫਿਰ ਉਹੇ ਜਿਹੇ ਰਹੇ ਸਟਰਗਲਿੰਗ ਪਾਰਟੀ ਦੇ ਜਾਂ ਸੰਘਰਸ਼ ਕਰਨ ਵਾਲੀਆਂ ਦੇ ਉਹਦੇ 'ਤੇ। ਹੁਣ ਉਹੇ ਜਿਹੀ ਉਮੀਦ ਲੋਕਾਂ ਨੂੰ ਐਂ ਲੱਗਿਆ ਕਿ ਸ਼ਾਇਦ ਇੱਕ ਇਸ ਅੰਦੋਲਨ 'ਚੋਂ, ਜਿਵੇਂ ਅੰਨਾ ਅੰਦੋਲਨ 'ਚੋਂ ਆਪ ਨਿਕਲੀ ਸੀ, ਵੀ ਇਸ ਅੰਦੋਲਨ 'ਚੋਂ ਵੀ ਕੋਈ ਪਾਰਟੀ ਉਮੀਦ ਆਏ ਜੀ। ਪਰ ਇਹ ਬੜੀ ਦੇਰੀ ਨਾਲ, ਮੇਰਾ ਖਿਆਲ ਹੈ ਕਾਫੀ ਲੰਬੇ ਸਮੇਂ ਬਾਅਦ ਲੋਕ ਗੱਲ ਕਰਦੇ ਰਹੇ। ਹੁਣ ਆ ਕੇ ਜਦੋਂ ਵੋਟਾਂ ਦਾ ਐਲਾਨ ਹੋ ਗਿਆ ਉਹ ਤੋਂ ਇੱਕ ਅੱਧਾ ਦਿਨ ਪਹਿਲਾਂ ਹੀ ਇਹ ਇੱਕ ਅਨਾਊਂਸਮੈਂਟ ਇਸ ਪਾਰਟੀ ਦੀ ਹੋਈ। ਕਿਉਂਕਿ ਪਰ ਵੋਟਾਂ ਦਾ ਜਿਹੜਾ ਕੁਐਸਚਨ ਹੁੰਦਾ ਹੈ, ਵੋਟਾਂ ਦਾ ਕੁਐਸਚਨ ਕਿਸੇ ਇਕੱਲੇ ਇੱਕ ਵਰਗ ਨਾਲ ਨਹੀਂ ਹੁੰਦਾ। ਇਹ ਅੰਦੋਲਨ ਕਿਸਾਨ ਅੰਦੋਲਨ ਸੀ, ਜਿਵੇਂ ਸੰਯੁਕਤ ਕਿਸਾਨ ਮੋਰਚਾ ਬਣਿਆ ਅਤੇ ਇਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਹੈ। ਇਹਦਾ ਮਤਲਬ ਇਕੱਲੀ ਕਿਸਾਨੀ ਜਿਹੜੀ 20-21% ਹੈ ਪੰਜਾਬ ਦੀਆਂ ਮਤਲਬ ਵੋਟਾਂ ਦਾ ਜਾਂ ਆਬਾਦੀ ਦਾ, ਤਾਂ ਬਾਕੀ ਬਹੁਤ ਬੜੇ ਵਰਗ ਨੇ। ਲਗਭਗ 34% ਦਲਿਤ ਵਰਗ ਹੈ ਅਤੇ ਬਾਕੀ ਵਪਾਰੀ ਵਰਗ ਹੈ ਅਤੇ ਹੋਰ ਵੱਖ ਟਾਈਪ ਦੇ ਕਿੱਤੇ ਸੂਬੇ ਵਾਲੇ ਲੋਕ ਨੇ। ਤਾਂ ਵੋਟਾਂ 'ਚ ਤਾਂ ਸਭ ਦੀ ਸ਼ਮੂਲੀਅਤ ਜ਼ਰੂਰੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਸ਼ਾਇਦ ਇਹ ਜਿਹੜਾ ਨਵਾਂ ਮੋਰਚਾ ਬਣਿਆ, ਇਹਦਾ ਨਾਂ ਇਹਨਾਂ ਨੇ ਕਿਸਾਨ ਦੀ ਬਜਾਏ ਸਮਾਜ ਮੋਰਚਾ ਜਿਹੜਾ ਰੱਖਿਆ। ਸਮਾਜ ਮੋਰਚੇ ਦੇ ਵਿੱਚ ਸ਼ਾਇਦ ਫਿਰ ਸਾਰੀਆਂ ਚੀਜ਼ਾਂ ਹਜੇ ਤਾਂ ਮੈਨੂੰ ਲੱਗਦਾ ਦਿਨ ਹੀ ਥੋੜ੍ਹੇ ਹੋਏ ਨੇ ਇਹਨੂੰ, ਅਤੇ ਅਜੇ ਤੱਕ ਕਿੰਨੇ ਲੋਕ ਨਾਲ ਇਨਵੋਲਵ ਹੁੰਦੇ ਨੇ, ਕਿਵੇਂ ਟਿਕਟਾਂ ਵੰਡੀਆਂ ਜਾਂਦੀਆਂ ਨੇ, ਕਿਹੜੀਆਂ ਚੀਜ਼ਾਂ ਨੇ, ਉਹ ਸਾਰੀਆਂ ਚੀਜ਼ਾਂ ਹੋਣਗੀਆਂ। ਪਰ ਇਹਦੇ ਨਾਲ ਇੱਕ ਚਰਚਾ ਜ਼ਰੂਰ ਚੱਲੀ ਹੈ, ਮਤਲਬ ਆਮ ਪੰਜਾਬ ਦੇ ਪੋਲੀਟੀਕਲ ਮਾਹੌਲ 'ਚ ਉਹ ਚਰਚਾ ਇਹ ਚੱਲੀ ਹੈ ਕਿ ਕੀ ਟਰਡੀਸ਼ਨਲ ਤਰੀਕੇ ਦੇ ਨਾਲ ਜਿਹੜੀਆਂ ਪਾਰਟੀਆਂ, ਇੱਕ ਤਰੀਕਾ ਉਹ ਹੈ ਕਿ ਦੂਜੀਆਂ ਪਾਰਟੀਆਂ 'ਚੋਂ ਬੰਦੇ ਲਿਆ ਕੇ ਟਿਕਟਾਂ ਦੇ ਦਿਓ, ਜਾਂ ਪੈਸੇ ਵਾਲੇ ਬੰਦੇ ਨੂੰ ਇਹ ਟਿਕਟ ਦਿਓ, ਜਾਂ ਕਿਸੇ ਤਰੀਕੇ ਨਾਲ ਜਿੱਤ ਸਕਦਾ ਉਹਨੂੰ ਇਹ ਦਿਓ, ਜਾਂ ਜਾਤ ਜਾਂ ਧਰਮ ਦੇ ਆਧਾਰ 'ਤੇ ਦਿਓ। ਉਹ ਚੀਜ਼ਾਂ ਕੀ ਇਹ ਕਿੱਤਿਆਂ ਦੇ ਆਧਾਰ 'ਤੇ ਜਾਂ ਲੋਕਾਂ ਦੀ ਰੋਜੀ ਰੋਟੀ ਦੇ ਆਧਾਰ 'ਤੇ ਜਾਂ ਉਸ ਰੂਪ 'ਚ ਕਿਵੇਂ ਚੱਲ ਪਾਏਗਾ, ਇਹ ਇੱਕ ਬੜਾ ਵੱਡਾ ਅਜੇ ਕੁਐਸਚਨ ਹੈ। ਕੀ ਇਹ ਲੋਕਾਂ ਦੀ ਪੂਰੀ ਤਲਾਸ਼ 'ਤੇ ਪੂਰਾ ਉੱਤਰ ਪਾਏਗਾ ਜਾਂ ਨਹੀਂ, ਇਹ ਅਜੇ ਇਹਨੇ 2 ਦਿਨ ਤਾਂ, ਅਜੇ 1 ਦਿਨ ਤਾਂ ਇਹ ਹੋਇਆ ਬੜੀ ਤੇਜ਼ੀ 'ਚ ਕੋਈ ਕਮੇਟੀ ਬਣਾਤੀ, ਕੋਈ ਬਾਕੀ ਚੀਜ਼ਾਂ ਕਰਤੀਆਂ, ਜੇ ਉਹ ਸਾਰਾ ਕੁਛ, ਕਿਉਂਕਿ ਕੰਮ ਬਹੁਤ ਕਰਨ ਵਾਲਾ ਹੈ ਅਤੇ ਐਲਾਨ ਬੜਾ ਜਲਦੀ ਹੋ ਗਿਆ ਹੈ ਨਾ। ਉਹਦੇ 'ਚ ਕਿਸ ਲੈਵਲ 'ਤੇ ਲੋਕਾਂ ਦਾ ਰਿਸਪੌਂਸ ਰਹੇਗਾ, ਇਹ ਉਦੋਂ ਬਾਅਦ ਦੀ ਗੱਲ ਹੈ। ਪਰ ਇੱਕ ਦਿਲਚਸਪ ਮੋੜ 'ਚ ਜ਼ਰੂਰ ਪਹੁੰਚ ਗਈ ਹੈ ਜਿਹੜੀ ਮਤਲਬ ਇਲੈਕਟੋਰਲ ਪੋਲੀਟਿਕਸ ਹੈ, ਚੋਣ ਸਾਡੀ ਰਾਜਨੀਤੀ ਹੈ, ਕਿ ਇਹਦਾ ਮਿਜਾਜ ਬਦਲ ਜੂਗਾ। ਹੁਣ ਇਕੱਲਾ ਉਸ ਤਰੀਕੇ ਦਾ ਨਹੀਂ ਰਹੂਗਾ ਅਤੇ ਅਨੁਮਾਨ ਜਿਹੜੇ ਪਹਿਲਾਂ ਲਾ ਰਹੇ ਸੀ, ਜਿੰਨੇ ਸਰਵੇ ਹੋਏ ਸੀ ਇਸ ਮੋਰਚੇ ਦੇ ਆਉਣ ਤੋਂ ਪਹਿਲਾਂ, ਉਹ ਸਰਵੇ ਨਵੇਂ ਸਿਰਿਓਂ ਕਰਨੇ ਪੈਣਗੇ ਅਤੇ ਸਾਰਾ ਕੁਛ ਬਦਲ ਜਾਏਗਾ ਨਾ, ਕਿ ਸਾਰਾ ਕੁਛ ਉਸ ਲੈਵਲ ਦੇ ਉੱਤੇ ਹੈ। ਹੁਣ ਉਹਦੇ ਵਿੱਚ ਵੀ ਕਈ ਜਥੇਬੰਦੀਆਂ ਕਿਸਾਨਾਂ ਦੀਆਂ ਨੇ ਅਤੇ ਬਾਕੀ ਹੋਰ ਜਥੇਬੰਦੀਆਂ, ਉਹਨਾਂ ਨੂੰ ਇੱਕ ਸਿੰਬਲ ਮਿਲਣਾ ਨਹੀਂ ਮਿਲਣਾ, ਇਹ ਕਾਫੀ ਸਵਾਲ ਨੇ। ਪਰ ਇਹਦੇ ਬਾਵਜੂਦ ਜੇਕਰ ਉਹਨਾਂ ਨੇ ਇੱਕ ਸਟੈਂਡ ਲਿਆ ਜਿਹੜਾ ਦੂਜਿਆਂ ਨਾਲੋਂ ਵੱਖਰਾ, ਕਿ ਅਸੀਂ
ਨਸ਼ਾ ਵੰਡਣ ਦੇ ਖਿਲਾਫ ਚੋਣਾਂ 'ਚ ਹੋਵਾਂਗੇ, ਅਸੀਂ ਪੈਸੇ ਨਾਲ ਵੋਟਾਂ ਖਰੀਦਣ ਦੇ ਖਿਲਾਫ ਹੋਵਾਂਗੇ, ਅਸੀਂ ਬਾਕੀ ਚੀਜ਼ਾਂ ਦੇ ਹੋਵਾਂਗੇ, ਜਾਂ ਅਸੀਂ ਏਜੰਡਾ ਕੋਈ ਲਿਆਵਾਂਗੇ, ਕਿਹੜੇ ਏਜੰਡੇ ਨੂੰ ਫੋਲੋ ਕਰਾਂਗੇ, ਇਹਦੇ ਤੇ ਕੋਈ ਡਿਬੇਟ ਹੋ ਸਕਦੀ ਹੈ, ਨਹੀਂ ਹੋ ਸਕਦੀ। ਜੇਕਰ ਇੱਕ ਅਲਟਰਨੇਟਿਵ ਏਜੰਡੇ ਤੇ ਆਉਂਦੀ ਹੈ ਨਵੀਂ ਧਿਰ ਦੂਜਿਆਂ ਦੇ ਮੁਕਾਬਲੇ, ਇੱਕ ਧਿਰ ਦਾ ਤਾਂ ਹੁਣ ਸਭ ਦੇ ਸਾਹਮਣੇ, ਇੱਕ ਧਿਰ ਨਹੀਂ ਮਤਲਬ ਸਾਰੀਆਂ ਧਿਰਾਂ ਦਾ ਇੱਕ ਹੈ ਕਿ 1000 ਰੁਪਈਆ ਔਰਤਾਂ ਨੂੰ, ਦੂਜਾ ਕਹਿੰਦਾ ਮੈਂ 2000 ਔਰਤਾਂ ਨੂੰ, ਤੀਜਾ ਕਹਿੰਦਾ ਮੈਂ ਆਹ ਫ੍ਰੀ ਦੇ ਦੂੰਗਾ, ਆਹ ਫ੍ਰੀ ਦੇ ਦੂੰਗਾ, ਆਹ ਫ੍ਰੀ। ਨਾਲੇ ਸਾਰੀਆਂ ਧਿਰਾਂ ਇਹ ਕਹੀ ਜਾਂਦੀਆਂ ਨੇ ਕਿ ਪੰਜਾਬ ਡੁੱਬਿਆ ਪਿਆ ਹੈ, ਪੰਜਾਬ ਆਰਥਿਕ ਸੰਕਟ 'ਚ ਹੈ, ਪੈਸਾ ਕਿੱਥੋਂ ਆਊਗਾ। ਇਹ ਬਹੁਤ ਅਜੇ ਡਿਬੇਟ ਔਰ ਛਾਨਣ ਵਾਲਾ ਕੰਮ ਹੈ ਮਤਲਬ ਇਹ ਸਾਰੇ ਮਾਹੌਲ ਦੇ ਵਿੱਚ। ਔਰ ਸਭ ਤੋਂ ਬੜੀ ਗੱਲ ਇਹੀ ਹੈ ਕਿ ਇੱਕ ਕਲੀਅਰ ਕੱਟ ਪੰਜਾਬ ਨੂੰ ਏਜੰਡੇ ਦੀ ਲੋੜ ਹੈ, ਪੰਜਾਬ ਨੂੰ ਇੱਕ ਅਲਟਰਨੇਟਿਵ, ਇੱਕ ਬਦਲਵੇਂ ਮਤਲਬ ਸੋਚ ਪ੍ਰਣਾਲੀ ਦੀ ਲੋੜ ਹੈ। ਇਕੱਲੀ ਪਾਰਟੀ ਤੇ ਇਕੱਲੇ ਚਿਹਰਿਆਂ ਦੀ ਲੋੜ ਨਹੀਂ ਹੈ। ਹੁਣ ਇਹ ਨਵਾਂ ਗਰੁੱਪ, ਨਵੀਂ ਪਾਰਟੀ ਕਿਸ ਨਵੇਂ ਲੋਕਾਂ ਦੇ ਸਾਹਮਣੇ ਜਦੋਂ ਉਹ ਆਪਣਾ ਮੈਨੀਫੈਸਟੋ ਜਾਰੀ ਕਰੇਗੀ ਜਾਂ ਚੋਣ ਮਨੋਰਥ ਪੱਤਰ ਦੂਜਾ ਦਿਖੇਗੀ, ਤੇ ਇਸ ਤੋਂ ਬਾਅਦ ਇੱਕ ਅਗਲਾ ਸਵਾਲ ਇਹ ਵੀ ਆਏਗਾ ਜਿਹੜਾ ਸਿਲੈਕਸ਼ਨ ਆਫ ਕੈਂਡੀਡੇਟ ਹੈ, ਉਮੀਦਵਾਰਾਂ ਦਾ ਚੈਨ ਹੈ, ਕੀ ਉਹ ਆਪਣੇ ਭਾਈ ਭਤੀਜਿਆਂ ਨੂੰ ਤਾਂ ਨਹੀਂ ਵੰਡਣ ਲੱਗ ਜਾਣਗੇ ਜਿਵੇਂ ਬਾਕੀ ਦੀਆਂ ਪਾਰਟੀਆਂ ਵੰਡਦੀਆਂ ਨੇ, ਜਾਂ ਇਹਦੇ 'ਚ ਕੋਈ ਵਖਰੇਵਾਂ ਰਹੇਗਾ, ਜਾਂ ਇਹ ਲੋਕਾਂ ਦੇ ਵਿੱਚੋਂ ਤੁਰ ਫਿਰ ਕੇ ਸਾਰੇ ਹਲਕਿਆਂ ਦੇ ਵਿੱਚ ਟਾਈਮ ਵੀ ਬਹੁਤਾ ਨਹੀਂ ਬਚਿਆ ਤੇ ਉਹਨਾਂ ਨੂੰ ਕਹਿਣਗੇ ਕਿ ਭਾਈ ਵੱਖ-ਵੱਖ ਜੇ ਸਾਰਿਆਂ ਨੂੰ ਨੁਮਾਇੰਦਗੀ ਦੇਣੀ ਹੋਵੇ ਤਾਂ ਭਾਈਚਾਰਕ ਤਰੀਕੇ ਨਾਲ ਵੀ ਹੋ ਸਕਦਾ, ਤੁਹਾਡੇ ਭਾਈਚਾਰੇ 'ਚੋਂ ਇੱਕ ਦੇ ਦਿਓ, ਤੁਹਾਡੇ 'ਚੋਂ ਇੱਕ ਦੇ ਦਿਓ, ਜਾਂ ਇਸ ਕਿੱਤੇ 'ਚੋਂ ਇੱਕ ਦੇ ਦਿਓ, ਇਸ 'ਚੋਂ ਦੇ ਦਿਓ, ਕਿਉਂਕਿ 34 ਤਾਂ ਦਲਿਤ ਸੀਟਾਂ ਦੇਣੀਆਂ ਪੈਣਗੀਆਂ ਜਿਹੜੀਆਂ ਸਭ ਦੇ ਸਾਹਮਣੇ ਨੇ। ਬਿਲਕੁਲ। ਤੇ ਉਹ ਦਲਿਤ ਆਰਗੇਨਾਈਜੇਸ਼ਨਾਂ ਨੇ ਜਾਂ ਸਮਾਜ ਜਿਹੜਾ ਟੋਟਲ ਹੈ ਉਹ ਕਿਵੇਂ ਦੇਗਾ ਤੇ ਕਿਵੇਂ ਉਹਦੀ ਚੋਣ ਹੋਏਗੀ, ਇਹ ਕਾਫੀ ਵੱਡਾ ਮਤਲਬ ਇੱਕ ਕੰਮ ਹੈ, ਇਹ ਛੋਟਾ ਕੰਮ ਨਹੀਂ ਹੈ। ਇਸ ਕਰਕੇ ਇਹ ਜਿਹੜਾ ਸਾਰਾ ਸਵਾਲ ਸਾਡੇ ਸਾਹਮਣੇ, ਪਰ ਇਹਦੇ ਨਾਲ ਇੱਕ ਨਵੀਂ ਰਾਜਨੀਤਿਕ ਮਾਹੌਲ ਦੀ ਇੱਕ ਤਬਦੀਲੀ ਜ਼ਰੂਰ ਆਏਗੀ। ਇੱਕ ਪਾਸੇ ਉਹ ਚਾਰ ਧਿਰਾਂ ਸਾਡੇ ਸਾਹਮਣੇ ਦਿਖਾਈ ਦੇਣਗੀਆਂ ਜਿਹਦੇ ਕੋਲ ਸੰਗਠਨ ਹੈ ਤੇ ਉਸ ਲੈਵਲ ਦਾ ਬੜਾ ਪੁਰਾਣਾ ਕੰਮ ਵੀ ਹੈ। ਇੱਕ ਪਾਸੇ ਅਸਲੋਂ ਹੀ ਨਵਾਂ ਜਿਹੜਾ ਇੱਧਰੋਂ ਉੱਧਰੋਂ ਇਕੱਠੇ ਕਰਕੇ ਮਤਲਬ ਇੱਕ ਚੀਜ਼ ਉਸ ਲੈਵਲ 'ਤੇ ਉੱਤੇ ਬਣਦੀ ਹੈ। ਇਹ ਮੁਕਾਬਲਾ ਜਿਹਾ ਜਿਹਾ ਵੀ ਹੋਏਗਾ ਉਹ ਦਿਲਚਸਪ ਹੋਏਗਾ ਲੱਗਦਾ ਇਹਨਾਂ ਚੋਣਾਂ ਦੇ ਵਿੱਚ। ਪਰ ਜੇ ਇਹ ਕੋਈ ਨਵਾਂ ਗਰੁੱਪ ਏਜੰਡੇ 'ਤੇ ਚੱਲਦਾ, ਆਪਣੇ ਏਜੰਡੇ 'ਤੇ ਹੀ ਲੋਕਾਂ ਨੂੰ ਆਰਗੇਨਾਈਜ਼ ਕਰਦਾ, ਬਿਹਤਰ ਉਮੀਦਵਾਰਾਂ ਨੂੰ ਮਤਲਬ ਦਾਗ ਨਾ ਕੋਈ ਹੋਵੇ, ਪੈਸੇ ਦੇ ਲਾਲਚ 'ਚ ਨਾ ਹੋਵੇ, ਬਾਕੀ ਦਾ ਨਾ ਹੋਵੇ ਕੋਈ ਦੰਦਾ, ਤਾਂ ਸ਼ਾਇਦ ਪੰਜਾਬ ਦੇ ਲੋਕ ਜਿਹੜੇ ਅਲਟਰਨੇਟਿਵ ਦੀ ਤਲਾਸ਼ ਦੇ ਵਿੱਚ ਨੇ ਕਿ ਉਹਨਾਂ ਦੀ ਉਮੀਦ ਪੂਰੀ ਹੋ ਸਕੇਗੀ, ਨਹੀਂ ਹੋ ਸਕੇਗੀ, ਇਹ ਅਗਲੇ ਦਿਨ ਦੱਸਣਗੇ। ਅਜੇ ਚੋਣ ਪ੍ਰਚਾਰ ਵੀ ਸ਼ੁਰੂ ਹੋਣੇ ਨੇ, ਉਮੀਦਵਾਰ ਵੀ ਸਾਹਮਣੇ ਆਉਣੇ ਨੇ। ਹਜੇ ਤੱਕ ਤਾਂ ਵੱਡੀਆਂ ਪਾਰਟੀਆਂ ਨੇ, ਕਾਂਗਰਸ ਨੇ ਕੋਈ ਨਹੀਂ ਉਮੀਦਵਾਰ ਹਜੇ ਤੱਕ ਲਾਣੇ ਆ ਤੇ ਇਹ ਇੱਕ ਧਿਰ ਰਹਿੰਦੀ ਹੈ। ਬਾਕੀ ਧਿਰਾਂ ਨੇ ਮੇਰੇ ਖਿਆਲ ਬੀਜੇਪੀ ਨੇ ਵੀ ਨਹੀਂ ਲਾਣੇ ਆ, ਤੇ ਉਹ ਦੋਨੇ ਧਿਰਾਂ ਜਿਹੜੀਆਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਲਾਣੇ ਨੇ, ਉਹਨਾਂ ਨੇ ਤਾਂ ਨੇੜੇ ਲਾਤੇ ਕੰਮ ਆਪਣਾ ਜਿਸ ਲੈਵਲ ਦਾ ਵੀ ਹੈ। ਪਰ ਇੱਕ ਖੁੱਲ੍ਹੀ ਡਿਬੇਟ ਦਾ ਸਵਾਲ ਹੈ। ਮੈਨੂੰ ਇਹ ਲੱਗਦਾ ਕਿ ਜੇ ਪੰਜਾਬ ਦੇ ਲੋਕ ਮਿਲ ਕੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇੱਕ ਪਾਸੇ ਨੂੰ ਜਾਣ, ਸਾਂਝੀਆਂ ਸਟੇਜਾਂ ਲਾਉਣ ਤੇ ਸਭ ਦੇ ਨੁਮਾਇੰਦਿਆਂ ਨੂੰ ਖੜਾ ਕੇ ਕਹਿਣ ਵੀ ਦੱਸੋ ਸਾਡੇ ਲਈ ਤੁਹਾਡੇ ਕੋਲ ਕੀ ਹੈ, ਤਾਂ ਇੱਕ ਦਿਲਚਸਪ ਚੋਣ ਕੰਪੇਨ ਹੋ ਸਕਦੀ ਹੈ। ਕਰੋਨਾ ਵੀ ਨਾਲ ਆ ਗਿਆ, ਵੱਡੀਆਂ ਰੈਲੀਆਂ ਵੀ ਨਹੀਂ ਕਰ ਸਕਦੇ, ਬਾਕੀ ਵੀ ਨੇ। ਇਸ ਕਰਕੇ ਕਈ ਪੱਖਾਂ ਤੋਂ ਇਹ ਚੋਣ ਐਤਕੀ ਦੀ ਦਿਲਚਸਪ ਤੇ ਵੱਖਰੀ ਹੋਏਗੀ ਔਰ ਲੋਕਾਂ ਦੀ ਇਹਦੇ 'ਤੇ ਇੱਕ ਨੀਝ ਲੱਗੀ ਰਹੂਗੀ ਕਿ ਕੀ ਪਾਸਾ ਪਲਟਦਾ ਰਵਾਇਤੀ ਧਿਰ ਦਾ ਜਾਂ ਨਹੀਂ ਪਲਟਦਾ, ਜਾਂ ਕਿੰਨਾ ਕੁ ਕਿਸਾਨ ਅੰਦੋਲਨ ਦਾ ਲੋਕਾਂ ਦੀਆਂ ਰੂਹਾਂ 'ਤੇ ਇੰਪੈਕਟ ਹੈ, ਪ੍ਰਭਾਵ ਹੈ, ਉਹ ਕੀ ਲੋਕਾਂ ਨੂੰ ਵੋਟ ਲਈ ਵੀ ਪ੍ਰੇਰਿਤ ਕਰ ਸਕਣਗੇ ਜਾਂ ਉੱਥੇ ਤੱਕ ਹੀ ਸੀਮਤ ਹੋ ਜਾਏਗਾ। ਇਹ ਸਾਰੀਆਂ ਗੱਲਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰ 'ਤੇ ਵੀ ਨਿਰਭਰ ਕਰਨਗੀਆਂ ਤੇ ਵੋਟਾਂ ਦੇ ਦਿਨ 'ਤੇ ਵੀ ਨਿਰਭਰ ਕਰਨਗੀਆਂ ਤੇ ਗਿਣਤੀ ਤੱਕ ਵੀ ਪਤਾ ਲੱਗੂਗਾ। ਜੀ ਹਮੀਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਪੰਜਾਬ ਦੇ ਭਲੇ ਲਈ ਜਿਹੜਾ ਹੈਗਾ ਇੱਕ ਏਜੰਡੇ ਦੀ ਲੋੜ ਹੈ, ਪਰ ਜੇਕਰ ਅੱਜ ਤੱਕ ਦੀਆਂ ਪਿਛਲੀਆਂ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਜਿਹੜੀ ਪਹਿਲਾਂ ਦੀਆਂ ਚੋਣਾਂ ਸੀਗੀਆਂ ਉਹ ਚਿਹਰਿਆਂ 'ਤੇ ਜਿਹੜੀਆਂ ਅਕਸਰ ਲੜੀਆਂ ਜਾਂਦੀਆਂ ਸੀ, ਵੱਡੇ ਸਿਆਸੀ ਧਿਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਚੋਣ ਮੈਦਾਨ 'ਚ ਉਤਾਰਿਆ ਜਾਂਦਾ ਸੀ। ਕੀ ਤੁਹਾਨੂੰ ਲੱਗਦਾ ਵੀ ਕਿ ਐਤਕੀ ਚੋਣਾਂ ਦੇ ਵਿੱਚ ਏਜੰਡੇ ਦੀ ਜਿਹੜੀ ਹੈਗੀ ਹੈ ਰਾਜਨੀਤੀ ਹੋ ਸਕੇਗੀ, ਸਾਰੀ ਸਿਆਸੀ ਧਿਰਾਂ ਚੋਣ ਮੈਦਾਨ 'ਚ ਆਉਣ ਸਮੇਂ ਇੱਕ ਏਜੰਡਾ ਲੈ ਕੇ ਆ ਸਕਣਗੀਆਂ? ਹਾਂ, ਵੈਸੇ ਤਾਂ ਚਿਹਰੇ ਦੀ ਰਾਜਨੀਤੀ ਕਰਦੀਆਂ ਨੇ ਪਾਰਟੀਆਂ ਔਰ ਆਮ ਆਦਮੀ ਪਾਰਟੀ 'ਤੇ ਵੀ ਇਹ ਪ੍ਰੈਸ਼ਰ ਸੀ, ਤੁਸੀਂ ਚਿਹਰਾ ਨਹੀਂ ਦਿੱਤਾ ਪਿਛਲੇ ਵਾਰ, ਐਤਕੀ ਚਿਹਰਾ ਦਿਓ। ਉਹ ਕਹਿ ਰਹੇ ਨੇ ਅਸੀਂ 21 ਤਰੀਕ ਤੋਂ ਪਹਿਲਾਂ ਦੇ ਦਾਂਗੇ ਜਦ ਤੋਂ ਕਾਗਜ਼ ਭਰਨੇ ਸ਼ੁਰੂ ਹੋਣਗੇ ਪੰਜਾਬ ਦੇ ਵਿੱਚ। ਔਰ ਕਾਂਗਰਸ ਕੋਲ ਪਿਛਲੇ ਵਾਰ ਤਾਂ ਕਲੀਅਰ ਕੱਟ ਚਿਹਰਾ ਉਹਨਾਂ ਨੇ ਪਹਿਲਾਂ ਐਲਾਨਤਾ ਸੀ, ਕੈਪਟਨ ਅਮਰਿੰਦਰ ਸਿੰਘ। ਪਰ ਐਤਕੀ ਕਾਂਗਰਸ ਇਹ ਕਹਿ ਰਹੀ ਹੈ, ਅੱਜ ਵੀ ਜਿਹੜਾ ਇੱਕ ਬਿਆਨ ਆਇਆ ਸੁਰਜੇਵਾਲੇ ਦਾ, ਜਾਂ ਪਾਰਟੀ ਕੀ ਕਰਦੀ ਹੈ ਪਤਾ ਨਹੀਂ, ਉਹ ਕਹਿੰਦੇ ਸਾਡੇ ਕੋਲ ਜਾਖੜ ਵੀ ਹੈ, ਸਾਡੇ ਕੋਲ ਸਿੱਧੂ ਵੀ ਹੈ, ਸਾਡੇ ਕੋਲ ਮਤਲਬ ਚੰਨੀ ਵੀ ਹੈ, ਸਾਡੇ ਕੋਲ ਕਈ ਚਿਹਰੇ ਨੇ, ਇਸ ਲਈ ਪਹਿਲਾਂ ਨਹੀਂ ਐਲਾਨਿਆ ਜਾਊਗਾ, ਬਾਅਦ ਦੇ ਵਿੱਚ ਦੇਖਾਂਗੇ। ਤੇ ਅਕਾਲੀ ਦਲ ਦਾ ਵੀ ਸੁਖਬੀਰ ਬਾਦਲ, ਪਹਿਲਾਂ ਜਦੋਂ ਦੇ ਬਾਦਲ ਸਾਹਿਬ ਸਰਗਰਮ ਹੋਏ ਨੇ, ਵੱਡੇ ਬਜ਼ੁਰਗ ਬਾਦਲ, ਉਦੋਂ ਦਾ ਇੱਕ ਲੋਕਾਂ ਚਰਚਾ ਚੱਲ ਪਈ, ਖਬਰ ਹੈ ਵੱਡੇ ਬਾਦਲ ਨੂੰ ਹੀ ਚੀਫ ਮਿਨਿਸਟਰ ਦਾ ਚਿਹਰਾ ਕਰਨਗੇ ਜਾਂ ਕਿਹਨੂੰ ਕਰਨਗੇ, ਉੱਥੇ ਵੀ ਇੱਕ ਸਵਾਲੀਆ ਨਿਸ਼ਾਨ ਉਸੇ ਤਰੀਕੇ ਨਾਲ ਲੱਗਦਾ। ਔਰ ਜਿਹੜਾ ਮੈਨੂੰ ਲੱਗਦਾ ਕਿਸਾਨੀ 'ਚ ਜਾਂ ਜਿਹੜਾ ਇਹ ਨਵੀਂ ਇੱਕ ਧਿਰ ਉੱਭਰ ਰਹੀ ਹੈ,
ਸ਼ਾਇਦ ਇਹਦੇ 'ਚ ਤਾਂ ਮੈਨੂੰ ਨਹੀਂ ਲੱਗਦਾ, ਕਿਉਂਕਿ ਚਿਹਰੇ ਨੂੰ ਚੀਫ ਮਿਨਿਸਟਰ ਦੇ ਤੌਰ 'ਤੇ ਕੋਈ ਉਭਾਰਨ ਦੀ ਗੱਲ ਜਾਂ ਹੋਰ ਹੈ। ਹਾਂ, ਜਿਹੜਾ ਏਜੰਡੇ ਦਾ ਸਵਾਲ ਹੈ ਜੀ, ਏਜੰਡਾ ਸੋਸਾਇਟੀ ਦੇ ਹਮੇਸ਼ਾ ਹੀ ਪੱਖ 'ਚ ਹੁੰਦਾ ਚਿਹਰਿਆਂ ਨਾਲੋਂ। ਚਿਹਰੇ ਮਹੱਤਵਪੂਰਨ ਹੁੰਦੇ ਨੇ ਕਈ ਜਿਹੜੇ ਚਿਹਰਿਆਂ ਨੂੰ, ਪਰ ਚਿਹਰੇ ਦੀ ਸਿਆਸਤ ਜਿਹੜੀ ਹੈ ਉਹ ਲੋਕਾਂ ਦਾ ਭਲਾ ਉਸ ਪੱਧਰ ਦੇ ਉੱਤੇ ਨਹੀਂ ਕਰਦੀ ਜਿਹੜਾ ਏਜੰਡਾ। ਜੇ ਏਜੰਡਿਆਂ 'ਤੇ ਚਰਚਾ ਹੋਏ, ਲੋਕ ਵੀ ਸਰਗਰਮ ਉਹਦੇ 'ਚ ਭੂਮਿਕਾ ਨਿਭਾਉਣ ਕਿ ਆਹ ਗੱਲ ਠੀਕ ਹੈ ਮੇਰੇ ਲਈ, ਆਹ ਗੱਲ ਮੇਰੇ ਲਈ ਨਹੀਂ ਠੀਕ ਹੈ, ਤਾਂ ਸ਼ਾਇਦ ਪਾਰਟੀਆਂ ਵੀ ਪਾਬੰਦ ਹੁੰਦੀਆਂ ਨੇ। ਜਿਵੇਂ ਇਹ ਗੱਲ ਬੜੇ ਵੱਡੇ ਪੱਧਰ 'ਤੇ ਚੱਲੀ ਹੈ, ਰਵਾਇਤੀ ਪਾਰਟੀਆਂ ਵੀ ਇਹ ਕਰਨ ਲੱਗ ਗਈਆਂ ਨੇ ਕਿ ਘੱਟੋ ਘੱਟ ਚੋਣ ਮੈਨੀਫੈਸਟੋ ਕੀ ਹੈ। ਇੱਕ ਤਾਂ ਉਹ ਸਮੇਂ 'ਤੇ ਆਉਣ, ਕਈ ਪਾਰਟੀਆਂ ਦਾ ਚੋਣ ਮੈਨੀਫੈਸਟੋ ਆਉਂਦੇ ਨੇ 2 ਦਿਨ ਵੋਟਾਂ 'ਚ ਰਹਿੰਦੇ ਹੁੰਦੇ ਨੇ, ਕੰਪੇਨ ਪੂਰੀ ਹੋ ਗਈ ਹੁੰਦੀ ਹੈ, ਕਿਸੇ ਦਾ 4 ਦਿਨ ਰਹੇ, ਉਹਦਾ ਤਾਂ ਕੋਈ ਮਤਲਬ ਨਹੀਂ। ਸਮੇਂ ਸਿਰ ਚੋਣ ਮੈਨੀਫੈਸਟੋ ਆਉਣ, ਮੈਨੀਫੈਸਟੋਆਂ 'ਤੇ ਡਿਬੇਟਾਂ ਹੋਣ, ਚਰਚਾਵਾਂ ਹੋਣ, ਅਤੇ ਚਰਚਾਵਾਂ ਦੇ ਆਧਾਰ 'ਤੇ ਲੋਕਾਂ ਨੂੰ ਇਹ ਲੱਗੇ ਕਿ ਆਹ ਮੈਨੂੰ ਠੀਕ ਹੈ, ਆਹ ਨਹੀਂ ਹੈ, ਉਸ ਢੰਗ ਨਾਲ ਵੋਟ ਦਿੱਤੀ ਜਾ ਸਕੇ, ਵੋਟ ਪਾਈ ਜਾ ਸਕੇ। ਔਰ ਇਹ ਨਵੀਂ ਧਿਰ ਆਉਣ ਦੇ ਨਾਲ ਕਿਸਾਨੀ 'ਚੋਂ ਸ਼ਾਇਦ ਏਜੰਡੇ 'ਤੇ ਗੱਲ ਚੱਲਣ ਦੀ ਉਮੀਦ ਵੱਧ ਜੂਗੀ ਜੀ, ਕਿਉਂਕਿ ਜਦੋਂ ਨਵੀਂ ਧਿਰ ਆਉਂਦੀ ਆ ਉਹ ਨਵਾਂ ਇੱਕ ਗੱਲ ਇਕੱਲਾ ਚਿਹਰਾ ਤਾਂ ਲੈ ਕੇ ਨਹੀਂ ਆਊਗੇ, ਨਾ ਉੱਡਾ ਵੱਡਾ ਉਹਦੇ ਕੋਲ ਚਿਹਰਾ ਹੋਊ, ਨਾ ਉੱਡੇ ਵੱਡੇ ਉਹਦੇ ਕੋਲ ਕੋਈ ਅਮੀਰ ਕੈਂਡੀਡੇਟ ਹੋਣਗੇ। ਉਹਨੂੰ ਤਾਂ ਚਿਹਰਿਆਂ ਇਹਦੇ 'ਤੇ ਹੀ ਫੋਕਸ ਕਰਨਾ ਪਊਗਾ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਦੂਜਿਆਂ ਦੇ ਮੁਕਾਬਲੇ ਜਾਂ ਵੱਖ-ਵੱਖ। ਔਰ ਇਸੇ ਲਈ ਜੇ ਉਹ ਜੇ ਇਹ ਗੱਲ ਬਣਾ ਦਿੰਦੇ ਨੇ ਵੀ ਚਿਹਰੇ ਬਨਾਮ ਏਜੰਡਾ ਜਿਹੜਾ ਦਾ ਸਵਾਲ ਹੈ, ਉਹ ਏਜੰਡਾ ਲੋਕਾਂ 'ਚ ਚਰਚਾ ਚਾਹੁੰਦਾ ਜਿਹੜਾ ਵੀ ਪੰਜਾਬ ਦੇ ਭਵਿੱਖ ਲਈ ਹੋਊ, ਤਾਂ ਇੱਕ ਚੰਗੀ ਸ਼ੁਰੂਆਤ ਹੋਏਗੀ ਮੇਰਾ ਖਿਆਲ ਹੈ ਓਵਰਆਲ ਪੰਜਾਬ ਦੇ ਭਵਿੱਖ ਵਾਸਤੇ, ਕਿ ਲੋਕ ਵਿਚਾਰ ਤੇ ਚਰਚਾ ਕਰਨ ਲੱਗਣਗੇ ਆਪਣੇ ਮਤਲਬ ਪਾਲਿਸੀ ਤੇ ਨੀਤੀ ਤੇ, ਕਿ ਕਿਹੜੀ ਨੀਤੀ ਸਾਡੇ ਭਵਿੱਖ ਦੇ ਲਈ ਠੀਕ ਹੈ, ਚਰਚਾ ਕਰਨ ਲੱਗਣਗੇ। ਇਹਦੀ ਸ਼ੁਰੂਆਤ ਚੰਗੀ ਹੋਊ। ਫਿਰ ਜਿੱਤਦਾ ਹਾਰਦਾ ਕੌਣ ਹੈ ਉਹ ਇੱਕ ਅਲੱਗ ਗੱਲ ਹੈ। ਜੀ ਹਮੀਰ ਜੀ, ਆਪਾਂ ਗੱਲ ਕਰ ਰਹੇ ਹਾਂ ਸੰਯੁਕਤ ਸਮਾਜ ਮੋਰਚੇ ਦੀ, ਜਿਸ ਨੇ ਕਿ ਇਸ ਵਾਰ ਦੀਆਂ ਚੋਣਾਂ ਨੂੰ ਬਹੁਤ ਦਿਲਚਸਪ ਮੋੜ ਦੇ ਦਿੱਤਾ ਹੈ। ਅਤੇ ਸੰਯੁਕਤ ਸਮਾਜ ਮੋਰਚੇ ਦਾ ਜੇਕਰ ਦੇਖੀਏ ਤਾਂ ਇਹ ਕਿਸਾਨ ਅੰਦੋਲਨ 'ਚੋਂ ਨਿਕਲ ਕੇ ਆਇਆ ਇੱਕ ਮੋਰਚਾ ਹੈ, ਅਤੇ ਇਸ ਮੋਰਚੇ ਨਾਲ ਕਈ ਕਿਸਾਨ ਜਥੇਬੰਦੀਆਂ ਉਹ ਸਮਰਥਨ ਵੀ ਕਰ ਰਹੀਆਂ ਨੇ ਅਤੇ ਕਈ ਇਸ ਦੇ ਜਿਹੜੇ ਹੈਗੇ ਖਿਲਾਫਤ ਵੀ ਕਰ ਰਹੀਆਂ ਨੇ। ਅੱਜ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਟਿੱਪਣੀ ਜਿਹੜੀ ਹੈਗੀ ਹੈ ਮੀਡੀਆ ਅੱਗੇ ਰੱਖੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਹੋਰਨਾਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿਚਾਰ ਵੱਖਰੇਵੇਂ ਚੱਲ ਰਹੇ ਨੇ ਹੁਣ ਤੱਕ, ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖੋਗੇ? ਅਸਲ ਦੇ ਵਿੱਚ ਜਿਹੜਾ 32 ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਪੰਜਾਬ ਤੋਂ ਇਕੱਠੀਆਂ ਹੋਈਆਂ, ਉਹ 3 ਖੇਤੀ ਜਿਹੜੇ ਆਰਡੀਨੈਂਸ ਜਾਰੀ ਹੋਏ ਸੀ ਉਹਨਾਂ ਦੇ ਖਿਲਾਫ ਹੋਈਆਂ, ਬਾਅਦ 'ਚੋਂ ਬਿੱਲ ਬਣ ਗਏ, ਕਾਨੂੰਨ ਬਣ ਗਏ, ਉਹਨਾਂ 'ਤੇ ਇੱਕ ਅੰਦੋਲਨ ਸੀ। ਫਿਰ ਕੁਝ ਮੁੱਗਾ ਹੋਰ ਜੁੜਦੀਆਂ ਗਈਆਂ ਜਿਨ੍ਹਾਂ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਵੀ ਆਈ, ਜਿਹਦੇ 'ਚ ਪਰਾਲੀ ਵਾਲਾ ਬਿੱਲ ਵੀ ਆਇਆ, ਜਿਹਦੇ 'ਚ ਮਤਲਬ ਵੱਖ-ਵੱਖ ਟਾਈਪ ਦੇ ਹੋਰ ਬਿਜਲੀ ਵਾਲਾ ਬਿੱਲ ਵੀ ਆਇਆ। ਅਤੇ ਫਿਰ ਅੰਦੋਲਨ ਦੌਰਾਨ ਜਿਹੜੇ ਸ਼ਹੀਦ ਹੋਏ ਬੰਦੇ ਉਹਨਾਂ ਦੇ ਪਰਿਵਾਰਾਂ ਦੀ ਮੁੜ ਵਸੇਬੇ ਦੀ ਗੱਲ ਵੀ ਆਈ। ਕਿੰਨੀਆਂ ਹੀ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਉਦੋਂ ਬਾਅਦ ਜੁੜਦੀਆਂ ਗਈਆਂ। ਅਤੇ ਉਦੋਂ ਬਾਅਦ ਜਦੋਂ ਇਹ ਅੰਦੋਲਨ ਹੱਲ ਹੋਇਆ ਇੱਕ ਟਾਈਪ ਦਾ, ਜਾਂ ਗੱਲਬਾਤ ਸਿਰੇ ਚੜ੍ਹੀ, ਜੀ, ਉਹ 3 ਕਾਨੂੰਨ ਇੱਕ ਤਰਫਾ ਤੌਰ 'ਤੇ ਵਾਪਸ ਲੈ ਲਏ ਪ੍ਰਧਾਨ ਮੰਤਰੀ ਨੇ, ਅਤੇ ਬਾਕੀ ਦੀਆਂ ਗੱਲਾਂ 'ਤੇ ਇੱਕ ਸਹਿਮਤੀ ਬਣਾ ਕੇ ਆਏ, ਤਾਂ ਬਹੁਤ ਵੱਡਾ ਦਬਾਅ ਵੀ ਸੀ ਕਿਸਾਨੀ 'ਤੇ, ਅੰਦਰੋਂ ਵੀ ਦਬਾਅ ਸੀ, ਬਾਹਰੋਂ ਲੋਕ ਕਹਿੰਦੇ ਵੀ ਜੇ ਇਹ ਵੀ ਕਰ ਲਿਆ ਕੱਲ੍ਹ ਨੂੰ ਉਹੋ ਜਿਹੇ ਫਿਰ ਚੁਣੇਗੇ, ਫਿਰ ਕੀ ਕਰੋਗੇ, ਜੇ ਉਹ ਇੱਕ ਇਹ ਦਬਾਅ ਸੀਗਾ। ਜੀ, ਹੁਣ ਜਿਹੜੀ ਇਹਨਾਂ ਵੱਖ-ਵੱਖ ਜਥੇਬੰਦੀਆਂ ਦੀ ਇਤਿਹਾਸਕ ਪਹੁੰਚ ਹੈ ਜਾਂ ਇਤਿਹਾਸ ਦੇ ਵਿੱਚ ਜੋ ਕਾਰਗੁਜ਼ਾਰੀ ਹੈ ਉਹ ਵੱਖਰੀ ਵੱਖਰੀ ਹੈ। ਪੰਜਾਬ ਦੇ ਵਿੱਚ ਕਾਫੀ ਉਹ ਜਥੇਬੰਦੀਆਂ ਨੇ ਜਿਹੜੀਆਂ ਚੋਣ ਸਿਸਟਮ ਨੂੰ ਜਾਂ ਸਾਡੇ ਇਸ ਸੰਵਿਧਾਨਕ ਦਾਇਰੇ ਦੇ ਵਿੱਚ ਚੋਣ ਪ੍ਰਣਾਲੀ ਜਿਹੜੀ ਚੱਲ ਰਹੀ ਹੈ ਇਹਨੂੰ ਸਹੀ ਨਹੀਂ ਮੰਨਦੀਆਂ। ਉਹ ਕਹਿੰਦੇ ਨੇ ਵੀ ਇਹ ਐਵੇਂ ਇੱਕ ਖੇਡ ਹੈ ਅਤੇ ਇਹਦੇ ਨਾਲ ਕੁਝ ਨਹੀਂ ਹੋਣਾ, ਅਤੇ ਵੱਡੀ ਲੜਾਈ ਲੜਨੀ ਪਏਗੀ ਸਿਸਟਮ ਬਦਲਣ ਦੇ ਵਾਸਤੇ, ਸਿਸਟਮ ਦੇ ਅੰਦਰ ਤੋਂ ਤਬਦੀਲੀ ਨਹੀਂ ਹੋਣੀ। ਅਤੇ ਕਾਫੀ ਜਥੇਬੰਦੀਆਂ ਆਈਆਂ ਜਿਹੜੀਆਂ ਪਹਿਲਾਂ ਤੋਂ ਵੋਟ ਪਾਉਂਦੀਆਂ ਆ ਰਹੀਆਂ ਨੇ ਅਤੇ ਉਸ ਪ੍ਰੋਸੈਸ ਦੇ ਵਿੱਚ ਸ਼ਾਮਲ ਨੇ ਜੀ, ਤਾਂ ਇਸੇ ਕਰਕੇ ਉਹ 'ਚ ਵੱਖਰੇਵੇਂ ਨਜ਼ਰ ਆ ਰਹੇ ਨੇ। ਪਰ ਲੱਗਦਾ ਇਹ ਹੈ ਕਿ ਇਹ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਖਿਲਾਫ ਨਹੀਂ ਹੈ, ਸਗੋਂ ਜੀ ਹੁਣ ਚੋਣ ਬਾਈਕਾਟ ਵਾਲੀ ਜਥੇਬੰਦੀ ਕਿਸਾਨੀ 'ਚ ਨਹੀਂ ਦਿਖਾਈ ਦੇ ਰਹੀ ਕੋਈ ਉਸ ਪੱਧਰ 'ਤੇ ਜਿਹੜੀ ਸਿੱਧਾ ਬਾਈਕਾਟ ਦਾ ਸੱਦਾ ਦਿੰਦੀ ਹੋਵੇ। ਇਹੋ ਜਿਹੀ ਜਥੇਬੰਦੀ ਜਿਵੇਂ ਉਗਰਾਹਾਂ ਗਰੁੱਪ ਨੇ ਵੀ ਅੱਜ ਗੱਲ ਕੀਤੀ ਹੈ, ਪਹਿਲਾਂ ਵੀ ਉਹ ਕਰਦੇ ਨੇ, ਹੋਰ ਕਈ ਜਥੇਬੰਦੀਆਂ ਨੇ, ਉਹ ਇਹ ਕਹਿੰਦੇ ਨੇ ਅਸੀਂ ਚੋਣਾਂ 'ਚ ਨਹੀਂ ਹਿੱਸਾ ਲੈਂਦੇ ਜੀ, ਅਤੇ ਨਾ ਕਿਸੇ ਨੂੰ ਕਹਿੰਦੇ ਆ ਵੋਟ ਕਿਹਨੂੰ ਪਾਓ, ਕਿਉਂਕਿ ਸਾਨੂੰ ਲੱਗਦਾ ਕਿ ਵੋਟਾਂ ਨੇ ਕੁਝ ਨਹੀਂ ਸਵਾਰਨਾ, ਕਾਰਪੋਰੇਟ ਏਜੰਡਾ ਹੈ, ਕਾਰਪੋਰੇਟ ਭੇਜਦਾ, ਉਹਦੇ 'ਤੇ ਮੋਹਰ ਲਾ ਦਿੰਦੇ ਨੇ ਅਸੈਂਬਲੀ ਜਾਂ ਪਾਰਲੀਮੈਂਟ ਦੇ ਵਿੱਚ, ਇਹਨਾਂ ਦਾ ਇਦੋਂ ਵੱਧ ਭੂਮਿਕਾ ਨਹੀਂ ਹੈ ਅਤੇ ਇਸ ਕਰਕੇ ਅਸੀਂ ਕਿਸੇ ਦੇ ਨਾਲ ਨਹੀਂ ਹੈ। ਅਤੇ ਪਰ ਦੂਸਰਾ ਇੱਕ ਸਾਰੀਆਂ ਧਿਰਾਂ ਇਹ ਕਹਿੰਦੀਆਂ ਨੇ ਕਿ ਜਿਹੜੀਆਂ ਵੋਟਾਂ ਪਾਉਂਦੀਆਂ ਆ ਰਹੀਆਂ ਨੇ ਪਹਿਲਾਂ ਤੋਂ ਲੈ ਕੇ ਹੋਰ ਨੇ, ਉਹ ਕਹਿੰਦੇ ਜੇ ਅੰਦਰ ਵੀ ਨੁਮਾਇੰਦੇ ਸਾਡੀ ਪਸੰਦ ਦੇ ਚਲੇ ਜਾਣ ਅਸੈਂਬਲੀ ਅਤੇ ਪਾਰਲੀਮੈਂਟ ਦੇ ਵਿੱਚ ਵੀ, ਅਤੇ ਬਾਹਰ ਵੀ ਸਾਡੇ ਪਸੰਦ ਦੇ ਲੋਕ ਉਸ ਲੈਵਲ 'ਤੇ ਰਹਿਣ, ਤਾਂ ਜ਼ਿਆਦਾ ਤਰੀਕਾ ਠੀਕ ਹੋ ਸਕਦਾ। ਔਰ ਇਹ ਡਿਬੇਟ ਸਾਡੀ ਨਹੀਂ, ਇਹ ਦੁਨੀਆ 'ਚ ਵੀ ਚੱਲੀ ਹੈ, ਦੇਸ਼ 'ਚ ਵੀ ਲਗਾਤਾਰ ਚੱਲਦੀ ਹੈ ਅਤੇ ਸਾਡੇ ਇੱਥੇ ਚੱਲੇਗੀ ਕਿ ਜਿਹੜੀਆਂ ਗੈਰ ਪਾਰਲੀਮਾਨੀ ਸੰਘਰਸ਼ ਨੇ, ਅੰਦੋਲਨ ਨੇ, ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਦਰੁਸਤ ਕਰਨ ਦੇ ਵਿੱਚ, ਪਾਲਿਸੀਆਂ ਬਣਾਉਣ 'ਚ, ਸਾਰਿਆਂ 'ਚ।
ਪਰ ਕੇਵਲ ਤੇ ਕੇਵਲ ਗੈਰ ਪਾਰਲੀਮਾਨੀ ਸੰਘਰਸ਼ ਹੀ ਕਾਫੀ ਨੇ ਕਿ ਜੇ ਮਤਲਬ ਪਾਰਲੀਮੈਂਟਾਂ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਵਿੱਚ ਵੀ ਜਾਣ ਉਹੋ ਜਿਹੇ ਨੁਮਾਇੰਦੇ, ਉਹੀ ਜੀ ਪਾਲਿਟਿਕਸ, ਉਹੀ ਜੀ ਕਿ ਸਿਆਸਤ ਹੋਵੇ, ਜੀ ਦੋਨੋਂ ਇੱਕ ਦੂਜੇ ਦੇ ਪੂਰਕ ਬਣ ਸਕਦੇ ਨੇ, ਬਿਲਕੁਲ ਦੋਨੋਂ ਇੱਕ ਦੂਜੇ ਦੇ ਵਿਰੋਧੀ ਨਹੀਂ ਬਣ ਸਕਦੇ। ਜੀ। ਔਰ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਖੜਾ ਕਰਨਾ ਇੱਕ ਦੂਜੇ ਜਥੇਬੰਦੀਆਂ ਵੱਲੋਂ ਕਿ ਇਹ ਇੱਕ ਦੇ ਖਿਲਾਫ ਹੈ, ਦੂਜੀ ਦੇ ਖਿਲਾਫ ਹੈ, ਵੋਟ ਜੇ ਉਹਨਾਂ ਨੇ ਕਿਸੇ ਨੂੰ ਵੀ ਪਾਉਣੀ ਹੈ, ਜੀ, ਜਿਹੜੇ ਉਹਨਾਂ ਜਥੇਬੰਦੀਆਂ ਦੇ ਵੀ ਮੈਂਬਰ ਹੋਣਗੇ, ਕੀ ਉਹ ਵੋਟ ਉਸ ਏਜੰਡੇ ਨੂੰ ਨਹੀਂ ਪਾਉਣਗੇ ਜਾਂ ਉਹਨਾਂ ਨੂੰ ਨਹੀਂ ਪਾਉਣੀ ਚਾਹੀਦੀ ਜਿਹੜਾ ਏਜੰਡਾ ਉਹਨਾਂ ਦੀਆਂ ਸਮੱਸਿਆਵਾਂ ਦੇ ਜ਼ਿਆਦਾ ਨੇੜੇ ਹੋਵੇ, ਜੀ, ਜਿਹੜਾ ਸੋਲੂਸ਼ਨ ਦੇ ਜ਼ਿਆਦਾ ਨੇੜੇ ਹੋਵੇ, ਜਾਂ ਚਾਹੇ ਉਹ ਜਿੱਤੇ ਚਾਹੇ ਹਾਰੇ, ਉਧਰ ਨਹੀਂ ਜਾਣਾ ਚਾਹੀਦਾ ਜਿਹੜਾ ਇਹ ਕਹੇ ਕਿ ਇਹ ਬੰਦੇ ਦੀ ਤਰੀਕਾ ਵੀ ਚੋਣ ਲੜਨ ਦਾ, ਇਹਨਾਂ ਬੰਦਿਆਂ ਦਾ ਏਜੰਡਾ ਵੀ ਜਿਹੜਾ ਭਵਿੱਖ ਦੇ ਵਿੱਚ ਉਹ ਚਾਹੁੰਦੇ ਨੇ ਅਸੀਂ ਆਹ ਕਰਾਂਗੇ, ਕਿੰਨਾ ਕਰ ਸਕਦੇ ਨੇ, ਅਲੱਗ ਸਵਾਲ ਹੈ। ਜਦੋਂ ਪਸੰਦ ਨਾ ਪਸੰਦਗੀ ਦੀ ਗੱਲ ਆਏਗੀ ਤਾਂ ਕਿਤੇ ਨਾ ਕਿਤੇ ਉਹ ਏਜੰਡਾ ਹੀ ਉਹਨਾਂ ਦੇ ਜ਼ਿਆਦਾ ਨੇੜੇ ਹੋਏਗਾ ਵਰਕਰਾਂ ਦੇ, ਜਿਹੜੇ ਏਜੰਡੇ ਤੇ ਉਹ ਲੜਦੇ ਰਹੇ ਨੇ, ਜੀ, ਜਿਨ੍ਹਾਂ ਤੇ ਉਹ ਸਟਰਗਲ ਕਰਦੇ ਰਹੇ ਨੇ। ਇਸ ਲਈ ਇਹ ਦੋਨੇ ਗੱਲਾਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਜਥੇਬੰਦੀਆਂ ਨੂੰ ਵੀ ਤੇ ਲੋਕਾਂ ਨੂੰ ਵੀ ਕੰਟਰਾਸਟ, ਇੱਕ ਦੂਜੇ ਦੇ ਖਿਲਾਫ ਖੜੇ ਹੋ ਕੇ ਨਹੀਂ, ਇੱਕ ਦੂਜੇ ਦੇ ਪੂਰਕ ਦੇ ਤੌਰ ਤੇ ਵਿਚਰਨੇ ਚਾਹੀਦੇ ਨੇ। ਔਰ ਜਿੰਨੀ ਸਟਰੈਂਥ ਇਹ ਰਹੂਗੀ ਉਸ ਤਰੀਕੇ ਦਾ ਹੀ ਸਗੋਂ ਉਹ ਮੇਰੇ ਖਿਆਲ ਹੈ ਬਲ ਮਿਲੂਗਾ। ਤੇ ਦੂਜੀਆਂ ਧਿਰਾਂ ਜਿਹੜੀਆਂ ਨਰੋਲ ਕਾਰਪੋਰੇਟ ਦੇ ਏਜੰਡੇ ਤੇ ਚੱਲਦੀਆਂ ਨੇ, ਜਿਹੜੀਆਂ ਨਰੋਲ ਮੁਨਾਫੇ ਦੇ ਧੰਦੇ ਤੇ ਚੱਲਦੀਆਂ ਨੇ, ਉਹਨਾਂ ਦੇ ਮੁਕਾਬਲੇ ਇੱਕ ਆਵਾਜ਼ ਮਜ਼ਬੂਤ ਹੋਏਗੀ ਅੰਦੋਲਨਾਂ ਦੇ ਰਾਹੀਂ ਵੀ ਔਰ ਚੋਣ ਪ੍ਰਣਾਲੀ ਦੇ ਵਿੱਚ ਵੀ। ਜੇਕਰ ਉਹ ਅੰਦੋਲਨ ਏਜੰਡਾ ਉਹਨਾਂ ਦੇ ਖਿਲਾਫ ਪ੍ਰਚਾਰਦੇ ਨੇ ਤੇ ਉਹਦੇ ਲਈ ਖੜੇ ਹੁੰਦੇ ਨੇ ਤਾਂ ਦੋਨੋਂ ਧਿਰ ਇੱਕ ਦੂਜੇ ਦਾ ਸਹਿਯੋਗ ਵੀ ਕਰ ਸਕਦੇ ਨੇ। ਜੀ ਹਮੀਰ ਜੀ, ਜਦ ਚੋਣਾਂ ਨੂੰ ਬਹੁਤ ਥੋੜਾ ਸਮਾਂ ਰਹਿ ਗਿਆ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਵਿਰੋਧੀ ਧੜਾ ਜਿਹੜਾ ਖੜਾ ਹੋ ਕੇ ਸਾਹਮਣੇ ਆ ਚੁੱਕਾ ਤੇ ਅੱਜ ਪੰਜਾਬ ਦੇ 5 ਵਿਧਾਨ ਸਭਾ ਹਲਕਿਆਂ ਤੋਂ ਕੁਝ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਾਰਟੀ ਦੀ ਗਤੀਵਿਧੀਆਂ ਤੇ ਜਿਹੜੇ ਸਵਾਲ ਖੜੇ ਕੀਤੇ ਨੇ। ਉਹਨਾਂ ਦਾ ਕਹਿਣਾ ਵੀ ਕਿ ਪਾਰਟੀ ਨੇ 109 ਉਮੀਦਵਾਰਾਂ ਦਾ ਐਲਾਨ ਕੀਤਾ, ਜਿਸ 'ਚੋਂ 50 ਤੋਂ ਵੱਧ ਉਮੀਦਵਾਰ ਜਿਹੜੇ ਨੇ ਹੋਰਨਾਂ ਰਾਜਸੀ ਪਾਰਟੀਆਂ ਤੋਂ ਆਏ ਹੋਏ ਨੇ ਤੇ ਉਹਨਾਂ ਨੇ 13 ਉਮੀਦਵਾਰਾਂ ਦੀ ਸੂਚੀ ਤਾਂ ਇਹੋ ਜਿਹੀ ਜਾਰੀ ਕੀਤੀ ਹੈ ਜਿਹੜੇ ਕਿ ਹੋਰਨਾਂ ਸਿਆਸੀ ਪਾਰਟੀਆਂ ਤੋਂ 2 ਦਿਨ ਪਹਿਲਾਂ ਪਾਰਟੀ 'ਚ ਸ਼ਾਮਲ ਹੋਏ ਨੇ ਤੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ। ਇਸ ਤਰ੍ਹਾਂ ਦੇ ਕਈ ਸਵਾਲ ਖੜੇ ਕੀਤੇ ਗਏ ਨੇ, ਤੁਸੀਂ ਇਹਨਾਂ ਸਵਾਲਾਂ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਇਹ ਸਵਾਲ ਜਿਹੜੇ ਸਾਰੇ ਨੇ ਸਾਰੀਆਂ ਪਾਰਟੀਆਂ ਦੇ ਕੋਲ ਆ ਰਹੇ ਨੇ, ਇਕੱਲਾ ਆਮ ਆਦਮੀ ਪਾਰਟੀ ਨਹੀਂ, ਕਾਂਗਰਸ, ਅਕਾਲੀ, ਉਹਨਾਂ ਨੇ ਵੀ ਕਿੰਨਿਆਂ ਨੂੰ ਇੱਕ ਦੂਜੇ ਤੋਂ ਬੁਲਾ ਕੇ, ਜੇ ਕਾਂਗਰਸ ਨੇ ਤਾਂ ਦੇਣੀ ਆ, ਕਿੰਨੇ ਭੱਜਣਗੇ ਕਿੰਨੇ ਨਹੀਂ, ਮੇਰੇ ਖਿਆਲ ਚੁਆਇਸ ਉਹ ਅਲੱਗ ਸਵਾਲ ਹੋਏਗਾ। ਸਾਰੀਆਂ ਪਾਰਟੀਆਂ ਜਿਹੜੇ ਟਿਕਟਾਂ ਦੇ ਰਹੀਆਂ, ਟਿਕਟਾਂ ਦੇਣ ਦਾ ਤਰੀਕਾ ਹੈ, ਉਹਨਾਂ ਦਾ ਟਿਕਟਾਂ ਦੇਣ ਦਾ ਤਰੀਕਾ ਬੜੇ ਲੰਮੇ ਸਮੇਂ ਤੋਂ ਸਿਆਸਤ ਬਦਲ ਚੁੱਕੀ ਹੈ। ਇਹ ਨਹੀਂ ਹੈ ਕਿ ਇਸ ਬੰਦੇ ਨੇ ਸੰਬੰਧਿਤ ਹਲਕੇ 'ਚ ਕਿੰਨਾ ਕੰਮ ਕੀਤਾ ਹੈ, ਲੋਕਾਂ ਨਾਲ ਕਿੰਨਾ ਰਿਹਾ ਹੈ ਤੇ ਕਿਹੜੇ ਭਾਈਚਾਰੇ ਦੀ ਇਹਨੂੰ ਹਮਾਇਤ ਹਾਸਲ ਹੈ। ਇਹਦੀ ਬਜਾਏ ਉਹ ਜ਼ਿਆਦਾਤਰ ਇਹ ਬਣ ਗਿਆ ਇਹਦੇ ਕੋਲ ਕਿੰਨਾ ਪੈਸਾ ਹੈ, ਇਹ ਵੋਟਾਂ ਨੂੰ ਕਿੰਨੀਆਂ ਪ੍ਰਭਾਵਿਤ ਕਰ ਸਕਦਾ ਹੈ, ਕਿਹੜੇ ਤਰੀਕੇ ਨਾਲ ਕਰ ਸਕਦਾ ਹੈ, ਉਹ ਮੇਨ ਰਹਿ ਗਿਆ। ਵਿਨੇਬਿਲਟੀ ਜਿਹਨੂੰ ਆਪਾਂ ਕਹਿੰਦੇ ਜਿੱਤ, ਜੀ, ਇੱਕੋ ਹੀ ਕ੍ਰਾਈਟੇਰੀਆ ਰਹਿ ਗਿਆ ਜਿੱਤ, ਚਾਹੇ ਉਹਦੇ ਤੇ ਅਪਰਾਧਿਕ ਪਰਚੇ ਦਰਜ ਹੋਣ, ਚਾਹੇ ਉਹਦੇ ਤੇ ਜੋ ਮਰਜ਼ੀ ਹੋਵੇ। ਇਸੇ ਕਰਕੇ ਜਿਹੜੀ ਹੁਣ ਦੀ ਪਾਰਲੀਮੈਂਟ ਹੈ ਉਹਦਾ ਇੱਕ ਡਾਟਾ AFDR ਦਾ ਸਵਾਲ ਹੈ ਕਿ 37% ਬੰਦੇ ਪਾਰਲੀਮੈਂਟ 'ਚ ਉਹ ਨੇ ਜਿਹਦੇ ਤੇ ਅਪਰਾਧਿਕ ਕੇਸ ਦਰਜ ਨੇ। ਜੀ, 37 ਬਹੁਤ ਵੱਡੀ ਇੱਕ ਇਹ ਚੀਜ਼ ਹੈ। ਕੰਜਾਂ ਤੇ ਤਾਂ ਬਹੁਤ ਖਤਰਨਾਕ ਤੇ ਗੰਭੀਰ ਸੰਗੀਨ ਦੋਸ਼ ਨੇ ਜਿਹੜੇ ਨੇ। ਔਰ ਜਦੋਂ ਉਸ ਪਾਸੇ ਵੱਲ ਚੱਲਦਾ ਹੈ, ਉਦੋਂ ਬਾਅਦ ਕੀ ਹੋ ਗਿਆ ਕਿ ਫਿਰ ਪਾਰਟੀਆਂ ਨੂੰ ਬੰਦਾ ਜਿੱਤਣ ਵਾਲਾ ਚਾਹੀਦਾ ਹੈ। ਉਹ ਚੋਰ ਹੈ, ਠੱਗ ਹੈ, ਉਹਦੇ ਤੇ ਠੱਗੀ ਦੀ ਉਹ ਹੈ, ਉਹ ਕੋਈ ਨਹੀਂ ਦੇਖਦੀਆਂ, ਹੈ ਨਾ ਵੀ ਸਾਨੂੰ ਉਹਦੇ ਨਾਲ ਹਰ ਪਾਰਟੀ ਦਾ ਇਮਾਨਦਾਰ ਤੇ ਯੋਗ ਵਰਕਰ ਜਿਹੜੇ ਨੇ ਉਹ ਪਿੱਛੇ ਰਹਿ ਜਾਂਦੇ ਨੇ, ਉਹਨਾਂ ਦੀ ਸੱਦ ਪੁੱਛ ਖਤਮ ਹੋ ਜਾਂਦੀ ਹੈ ਕਿਸੇ ਵੀ ਰੂਪ ਦੇ ਵਿੱਚ। ਇਸੇ ਤਰੀਕੇ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਆ ਉਹਦੇ ਤੇ ਦੋਸ਼ ਜ਼ਿਆਦਾ ਲੱਗਦਾ। ਕਿਉਂ ਲੱਗਦਾ? ਕਿਉਂਕਿ ਉਹ ਲੋਕਾਂ ਨੂੰ ਇੱਕ ਇਨਕਲਾਬੀ ਨਾਅਰਿਆਂ ਦੇ ਤਹਿਤ ਲੈ ਕੇ ਆਈ ਸੀ। ਉਹ ਐਂ ਕਹਿੰਦੀ ਸੀ ਵੀ ਅਸੀਂ ਸਮਾਜ ਬਦਲ ਦਿਆਂਗੇ, ਅਸੀਂ ਐਂਟੀ ਕਰਪਸ਼ਨ ਆ, ਅਸੀਂ ਬਾਕੀ ਚੀਜ਼ਾਂ ਤੇ ਗੱਲ ਕਰਦੇ ਹਾਂ। ਜਦੋਂ ਉਹ ਵੀ ਐਂ ਪੈਸੇ ਵਾਲੇ ਬੰਦਿਆਂ ਨੂੰ ਟਿਕਟਾਂ ਦੇ ਰਹੀ ਆ ਲਗਾਤਾਰ ਬੁਲਾ ਕੇ ਤੇ ਇੱਧਰ ਉੱਧਰ ਲੈ ਲੋਕ ਇਹ ਐਲੀਗੇਸ਼ਨ ਲਾ ਰਹੇ ਨੇ, ਤਾਂ ਇਹਦਾ ਮਤਲਬ ਜਿਹੜਾ ਬਖਰੇਵੇਂ ਵਾਲੀ ਗੱਲ ਸੀ ਤੁਹਾਡੀ ਕਿ ਅਸੀਂ ਪਾਰਟੀ ਹੈ ਡਿਫਰੈਂਸਾਂ ਵੱਖਰੀਆਂ, ਤਾਂ ਲੋਕ ਕਿਵੇਂ ਉਹ ਲੋਕਾਂ ਦਾ ਮਨ ਦੁਖੂਗਾ ਉਸ ਗੱਲ ਦੇ ਨਾਲ ਕਿ ਤੁਸੀਂ ਫਿਰ ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ ਝਾੜੂ ਵਾਲੇ ਨੂੰ, ਅਸੀਂ ਸਫਾਈ ਸੇਵਕ ਨੂੰ, ਅਸੀਂ ਚਪੜਾਸੀ ਨੂੰ, ਅਸੀਂ ਸਭ ਨੂੰ ਟਿਕਟਾਂ ਦਿਆਂਗੇ, ਪਰ ਜਦ ਤੁਸੀਂ ਦੇਖਦੇ ਹੋ ਇਹਨਾਂ 'ਚ ਕੋਈ ਵੀ ਬੰਦੇ ਇਹੋ ਜਿਹੇ ਹੈਗੇ ਨੇ, ਉਹ ਸਵਾਲ ਕਰਨਾ ਬੜਾ ਵਾਜਬ ਚੀਜ਼ ਹੈ। ਇਸੇ ਤਰ੍ਹਾਂ BJP ਕਹਿੰਦੀ ਹੁੰਦੀ ਸੀ ਪਾਰਟੀ ਵਿਦ ਡਿਫਰੈਂਸ, ਤੇ BJP ਵੀ ਹੁਣ ਜਿੰਨੇ ਲਿਜਾ ਰਹੀ ਆ ਕੋਟਾ ਇੱਧਰੋਂ ਉੱਧਰੋਂ ਜਿਹੜਾ ਦੂਜੀਆਂ ਪਾਰਟੀਆਂ ਦੀ ਸੈੱਟ ਆਉਂਦਾ ਤੇ ਉਹ ਲਿਜਾ ਕੇ ਟਿਕਟਾਂ ਦੇ ਰਹੀ ਆ ਸਾਰਿਆਂ ਨੂੰ। ਕਾਂਗਰਸ ਤੇ ਅਕਾਲੀ ਦਲ 'ਚ ਵੀ ਕੋਈ ਬਹੁਤ ਵੱਡਾ ਫਰਕ ਨਹੀਂ, ਉਹਨੇ ਵੀ ਕਿੰਨੇ ਬੰਦਿਆਂ ਨੂੰ ਇੱਕ ਦੂਜੇ ਨੂੰ ਲਿਜਾ ਕੇ ਮਤਲਬ ਟਿਕਟਾਂ। ਇਸੇ ਲਈ ਪੋਲੀਟਿਕਸ ਇੱਕ ਇੰਨੀ ਗੰਦਲੀ ਹੋ ਗਈ। ਇੱਕ ਸਮੇਂ ਵਿਚਾਰ ਦੀ ਪੋਲੀਟਿਕਸ ਸੀ ਕਿ ਮੈਂ ਸੱਤਾ 'ਚ ਆਇਆ ਤਾਂ ਮੈਂ ਇਸ ਵਿਚਾਰ ਨੂੰ ਲਾਗੂ ਕਰਾਂਗਾ। ਹੁਣ ਵਿਚਾਰ ਵਿਚੂਰ ਸੈਕੰਡਰੀ ਹੋ ਗਏ। ਹੁਣ ਉਹ ਕਹਿੰਦਾ ਜਿੱਤਣ ਵਾਲਾ ਬੰਦਾ ਚਾਹੀਦਾ, ਵਿਚਾਰ ਢੱਠੇ ਖੂਹ 'ਚ ਪਵੇ। ਬਿਲਕੁਲ। ਇਹ ਕਿੱਥੋਂ ਹੋਇਆ? ਕਿਉਂਕਿ ਤਾਕਤਾਂ ਦਾ ਕੇਂਦਰੀਕਰਨ ਨਾਲ ਜਿਹੜਾ
ਦਲ ਬਦਲੀ ਵਿਰੋਧੀ ਕਾਨੂੰਨ ਆ ਗਿਆ ਜੀ ਉਹ ਦਲ ਬਦਲੀ ਵਿਰੋਧੀ ਕਾਨੂੰਨ ਨੇ ਇੰਨਾ ਜ਼ਿਆਦਾ ਕੰਟਰੋਲ ਕਰ ਲਿਆ ਵਰਕਰਾਂ ਤੇ ਪ੍ਰਧਾਨ ਦਾ ਕੰਟਰੋਲ ਕਰਾਤਾ ਕਿ ਉਹ ਚਾਹੁੰਦੇ ਹੋਏ ਵੀ ਕਿਤੇ ਜਾ ਨਹੀਂ ਸਕਦੇ। 2/3 ਤੁਸੀਂ ਤੋੜ ਕੇ ਲਿਜਾਓ, 2/3 ਹੋਵੇ ਨਾ ਨੌ ਮਣ ਤੇਲ ਹੋਵੇ ਨਾ ਰਾਧਾ ਨੱਚੇ, ਤੇ ਕਦੇ ਹੋਣਾ ਹੀ ਨਹੀਂ ਕੰਮ। ਇਸੇ ਕਰਕੇ ਉਹ ਬੰਧੂਆ ਮਜ਼ਦੂਰੀ ਦੀ ਤਰਜ਼ ਤੇ ਰਹਿ ਜਾਂਦੇ ਨੇ, ਵਿਚਾਰੇ ਤੜਫਦੇ ਰਹਿੰਦੇ ਨੇ ਅੰਦਰ। ਕਈ ਚੰਗੇ ਬੰਦੇ ਵੀ ਬਥੇਰੇ ਪਾਰਟੀਆਂ 'ਚ ਚੁਣੇ ਜਾਂਦੇ ਨੇ ਜਦੋਂ ਉਹਨਾਂ ਦੀ ਨਹੀਂ ਸੁਣਦੀ। ਇਸੇ ਕਰਕੇ ਸਟਰਕਚਰ ਦੀ ਲੋੜ ਹੈ ਕਿ ਜਿਹੜੀਆਂ ਗਲਤੀਆਂ ਨੇ ਚੋਣ ਪ੍ਰੋਸੈਸ ਦੇ ਵਿੱਚ, ਉਹਦੇ ਲਈ ਚੋਣ ਸੁਧਾਰਾਂ ਦਾ ਏਜੰਡਾ ਤੇ ਬਾਕੀ ਦੇ ਏਜੰਡੇ ਕਿਉਂ ਜ਼ਰੂਰੀ ਨੇ, ਇਹ ਬਹੁਤ ਮਹੱਤਵਪੂਰਨ ਹੈ। ਆਮ ਆਦਮੀ ਪਾਰਟੀ ਨੂੰ ਤਾਂ ਜੇ 6-7 ਸਾਲ ਹੋਏ ਨੇ ਸਾਰੇ ਹੀ ਆਏ ਨੂੰ, ਦੂਜਿਆਂ ਨੂੰ ਤਾਂ ਕਿਸੇ ਨੂੰ 100 ਸਾਲ ਹੋ ਗਏ, ਕਿਸੇ ਨੂੰ ਕਿੰਨੇ ਸਾਲ ਹੋ ਗਏ। ਐਡੀ ਜਲਦੀ ਕੋਈ ਪਲੀਤ ਹੋ ਰਹੀ ਪਾਰਟੀ ਨਾਲ ਜੁੜ ਕੇ ਉਹ ਹੋਰ ਵੀ ਖਤਰਨਾਕ ਜਿਹੜਾ ਇੱਕ ਪਹਿਲੂ ਹੁੰਦਾ। ਔਰ ਨਾਲੇ ਡਿਕਟੇਟਰਾਂ ਦਾ ਤਰੀਕਾ, ਜਿਹੜਾ ਤਾਨਾਸ਼ਾਹ ਰੂਪ ਦਾ ਤਰੀਕਾ ਹੁੰਦਾ ਇੱਕ, ਕਿ ਇੱਕੋ ਬੰਦੇ ਦੇ ਨਾਂ 'ਤੇ ਤੁਸੀਂ ਸਾਰਾ ਕੁਝ ਕਰਨਾ ਅਤੇ ਹੋਰ ਕੁਝ ਨਹੀਂ ਕਰਨਾ। ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣ ਦਾ ਸਾਰਾ ਸਵਾਲ ਹੈ। ਔਰ ਇੱਕ ਔਰਗੈਨਿਕ ਤਰੀਕਾ ਹੁੰਦਾ, ਕਿਸੇ ਸੂਬੇ ਦੇ ਲੋਕ ਹੁੰਦੇ ਨੇ, ਉਹਨਾਂ ਦੀ ਇੱਕ ਬਨਸਬਨਤਾ, ਉਹਨਾਂ ਦਾ ਇੱਕ ਇਤਿਹਾਸ, ਉਹਨਾਂ ਦਾ ਇੱਕ ਸਿਸਟਮ ਹੁੰਦਾ, ਉਹਨੂੰ ਧਿਆਨ ਦੇ ਵਿੱਚ ਰੱਖ ਕੇ ਜੇ ਸਿਆਸਤ ਨਹੀਂ ਕੀਤੀ ਜਾਂਦੀ ਤਾਂ ਉਹ ਸਿਆਸਤ ਬਹੁਤਾ ਲੰਮਾ ਸਮਾਂ ਚੱਲ ਨਹੀਂ ਸਕਦੀ ਹੁੰਦੀ। ਇਸੇ ਲਈ ਇਹ ਚੀਜ਼ਾਂ ਜਿਹੜੇ ਹੁਣ ਸੱਜਣ ਦੋਸ਼ ਲਾਉਂਦੇ ਨੇ, ਜੇ ਸ਼ਾਇਦ ਇਹਨਾਂ ਨੂੰ ਟਿਕਟ ਮਿਲ ਜਾਂਦੀ ਪੈਸੇ ਉਹਨੇ ਖਰਚ ਕੇ ਵੀ, ਇਹ ਨਾਲ ਹੀ ਹੁੰਦੇ। ਜੀ ਬਿਲਕੁਲ, ਇਹ ਮਿਆਰ ਉਹਨਾਂ ਨੂੰ ਪਹਿਲਾਂ ਤੋਂ ਵੀ ਦੇਖਣਾ ਚਾਹੀਦਾ ਥੋੜ੍ਹਾ ਬਹੁਤ, ਕਿ ਜਦੋਂ ਉਦੋਂ ਵੱਡੇ ਵਾਲਾ ਆ ਗਿਆ ਗਾਹਕ, ਕੋਈ ਤੁਸੀਂ ਤੁਹਾਨੂੰ ਇੱਧਰ ਉੱਧਰ ਕਰਤਾ। ਗਾਹਕ ਪਸੰਦਗੀ ਜਿਹੜਾ ਚੋਣਾਂ ਦੇ ਵਿੱਚ ਮੰਡੀ ਲੱਗਣ ਦਾ ਜਿਹੜਾ ਸਿਸਟਮ ਹੈ, ਇਹਦਾ ਅਸੂਲਨ ਵਿਰੋਧ ਕਰਨਾ ਪਊਗਾ। ਇਕੱਲਾ ਇਹ ਨਹੀਂ ਕਿ ਮੇਰੇ ਨਾਲ ਵਾਪਰ ਗਈ ਮੈਂ ਤਾਂ ਰੋ ਰਿਹਾ। ਅਤੇ ਇੱਕ ਜਦੋਂ ਅਸੂਲਨ ਵਿਰੋਧ ਕਰੋਗੇ ਤਾਂ ਇੱਕ ਅਸੂਲ ਇਹ ਜਾਏ ਤਾਂ ਵਾਜਬ ਬੰਦੇ ਥੋੜ੍ਹੇ ਬਹੁਤ ਅੱਗੇ ਆਉਣੇ ਸ਼ੁਰੂ ਹੋਣਗੇ। ਉਹਦੇ ਨਾਲ ਸਿਆਸਤ ਦਾ ਮਿਆਰ ਜਿਹੜਾ ਥੋੜ੍ਹਾ ਬਹੁਤ ਉੱਚਾ ਹੋਏਗਾ। ਔਰ ਮਿਆਰ ਉੱਚਾ ਕਰਨਾ ਸਾਰੇ ਪੰਜਾਬੀਆਂ ਦਾ ਅਤੇ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਾਗਰੂਕ ਹੋਣ, ਜਾਗਰੂਕ ਕਰਕੇ ਹੋ ਕੇ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਉਣ ਲੋਕਾਂ ਦੇ ਪ੍ਰਤੀ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।